ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਘਪਲਿਆਂ ਦੀ ਜਾਂਚ ਦੇ ਹੁਕਮ। ਕੀ ਰਸੂਖਦਾਰਾਂ ਦੇ ਖਿਲਾਫ ਵੀ ਕਾਰਵਾਈ ਕਰੂ ਸਰਕਾਰ? ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਹਿਲੇ ਦਿਨ ਹੀ ਐਲਾਨ ਕਰ ਦਿੱਤਾ ਸੀ ਵੀ ਕਿ ਨਾ ਤਾਂ ਉਹ ਭ੍ਰਿਸ਼ਟਾਚਾਰ ਬਰਦਾਸ਼ਤ ਕਰਨਗੇ ਅਤੇ ਨਾਲ ਹੀ ਜਿਨ੍ਹਾਂ ਨੇ ਪੰਜਾਬ ਦੇ ਖਜ਼ਾਨੇ ਦੀ ਲੁੱਟ ਕੀਤੀ ਹੈ ਉਹ ਲੁੱਟ ਦਾ ਇੱਕ ਇੱਕ ਪੈਸਾ ਖਜ਼ਾਨੇ 'ਚ ਮੁੜ ਵਾਪਸ ਲਿਆਂਦਾ ਜਾਵੇਗਾ। ਇਸੇ ਤਰਜ਼ 'ਤੇ ਅੱਜ ਮੁੱਖ ਮੰਤਰੀ ਨੇ ਵਜ਼ੀਫਾ ਘੁਟਾਲੇ ਦੀ ਜਾਂਚ ਜਿਹੜੀ ਹੈ ਨਵੇਂ ਸਿਰੋਂ ਕਰਨ ਦੇ ਹੁਕਮ ਦੇ ਦਿੱਤੇ ਨੇ। ਭਾਵੇਂ ਇਸ ਮਾਮਲੇ ਦੀ ਜਾਂਚ ਪਹਿਲਾਂ ਵੀ ਹੋ ਚੁੱਕੀ ਹੈ, ਪਰ ਜਿਹੜਾ ਹੁਣ ਇਹ ਜਾਂਚ ਨਵੇਂ ਸਿਰੇ ਤੋਂ ਹੋਣ ਜਾ ਰਹੀ ਹੈ, ਤੁਹਾਨੂੰ ਕੀ ਲੱਗਦਾ ਵੀ ਕਿ ਇਹ ਨਵੇਂ ਸਿਰੇ ਤੋਂ ਜਾਂਚ ਦੇ ਵਿੱਚ ਕੁਝ ਨਿਕਲ ਕੇ ਸਾਹਮਣੇ ਆਵੇਗਾ? ਦੇਖੋ, ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਕਾਲਰਸ਼ਿਪ ਸਕੈਮ ਦੀ ਜਿਹੜੀ ਜਾਂਚ ਦੇ ਆਰਡਰ ਦਿੱਤੇ ਨੇ ਔਰ ਇਹ ਕੋਈ ਨਵੀਂ ਗੱਲ ਨਹੀਂ ਪੰਜਾਬ ਲਈ, ਪੰਜਾਬ ਦੇ ਲੋਕਾਂ ਲਈ ਘਪਲੇ ਕੋਈ ਨਵੇਂ ਨਹੀਂ ਜੀ। ਬੜੇ ਪੁਰਾਣੇ ਟਾਈਮ ਤੋਂ ਪੰਜਾਬ ਦੇ ਵਿੱਚ ਅਲੱਗ-ਅਲੱਗ ਕਿਸਮ ਦੇ ਸਕੈਂਡਲ ਵੀ ਹੋਏ ਨੇ ਔਰ ਉਹਨਾਂ ਸਕੈਂਡਲਾਂ ਦੀਆਂ ਪੜਤਾਲਾਂ ਵੀ ਹੋਈਆਂ ਨੇ। ਪਰ ਅਫਸੋਸ ਇਸ ਗੱਲ ਦਾ ਹੈਗਾ ਕਿ ਸਜ਼ਾ ਕਦੇ ਨਹੀਂ ਹੋਈ। ਜਿਹੜੇ ਮੇਨ ਕਲਪਰੇਟ ਹੁੰਦੇ ਨੇ ਜਾਂ ਜਿਹੜੇ ਮੇਨ ਰਸੂਖਵਾਨ ਹੁੰਦੇ ਨੇ, ਜ਼ਿੰਮੇਵਾਰ ਹੁੰਦੇ ਨੇ ਇਹਨਾਂ ਘਪਲਿਆਂ ਲਈ, ਉਹ ਇਹਨਾਂ ਘਪਲਿਆਂ 'ਚੋਂ ਬਚ ਜਾਂਦੇ ਨੇ ਜੀ। ਇਹੀ ਵਜ੍ਹਾ ਹੈ ਕਿ ਆਏ ਦਿਨ ਕੋਈ ਨਾ ਕੋਈ ਘਪਲਾ ਸਾਨੂੰ ਸੁਣਨ ਨੂੰ ਮਿਲਦਾ ਹੈਗਾ। ਅਗਰ ਸਰਕਾਰਾਂ ਦਿਆਨਤਦਾਰੀ ਨਾਲ ਘਪਲਿਆਂ ਦੀ ਨਿਸ਼ਾਨਦੇਹੀ ਸ਼ਨਾਖਤ ਵੀ ਕਰਨ, ਉਹਨਾਂ ਦੀ ਪੜਤਾਲ ਵੀ ਕਰਾਉਣ ਔਰ ਉਹਨੂੰ ਐਂਡ ਪੁਆਇੰਟ ਤੱਕ ਲੈ ਕੇ ਜਾਣ। ਪਰ ਹੁੰਦਾ ਕੀ ਹੈ ਕਿ ਘਪਲਿਆਂ ਦੀ ਜਾਂਚ ਦੇ ਹੁਕਮ ਤਾਂ ਦੇ ਦਿੱਤੇ ਜਾਂਦੇ ਨੇ, ਜਾਂਚ ਵੀ ਕਈ ਵਾਰ ਨੇਪਰੇ ਚੜ੍ਹ ਜਾਂਦੀ ਹੈ, ਪਰ ਅਦਾਲਤਾਂ 'ਚੋਂ ਕੇਸ ਜਾ ਕੇ ਫੇਲ ਹੋ ਜਾਂਦੇ ਨੇ ਜੀ। ਸੋ ਨਵੀਂ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਹੈ, ਜਿਹਦਾ ਨਾਅਰਾ ਹੀ ਬਦਲਾਅ ਦੇ ਨਾਅਰੇ 'ਤੇ ਸੱਤਾ ਹਾਸਲ ਕੀਤੀ ਹੈ, ਤਾਂ ਲੋਕ ਉਮੀਦ ਕਰਦੇ ਨੇ ਕਿ ਉਹਨਾਂ ਨਾਲੋਂ ਪੁਰਾਣੀਆਂ ਰਵਾਇਤੀ ਪਾਰਟੀਆਂ ਨਾਲੋਂ ਇਸ ਪਾਰਟੀ ਦੇ ਵਿੱਚ, ਇਸ ਸਰਕਾਰ ਦੇ ਵਿੱਚ ਸਾਨੂੰ ਬਦਲਾਅ ਹੈ ਜਿਹੜਾ ਉਹ ਦੇਖਣ ਨੂੰ ਮਿਲੇਗਾ ਜੀ। ਦੇਖੋ, ਪਿਛਲੇ ਟਾਈਮ ਦੇ ਵਿੱਚ ਪੰਜਾਬ 'ਚ ਜਦੋਂ ਤੋਂ ਆਪਾਂ ਦੇਖਦੇ ਆ ਰਹੇ ਹਾਂ 20-25 ਸਾਲ ਤੋਂ ਪੰਜਾਬ ਲਗਾਤਾਰ ਕਰਜ਼ੇ ਹੇਠ ਦਬਦਾ ਜਾ ਰਿਹਾ ਹੈ। ਪੰਜਾਬ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਹੈ। ਪਰ ਪੰਜਾਬ ਨੂੰ ਚਲਾਉਣ ਵਾਲੀਆਂ ਜਿਹੜੀਆਂ ਸਿਆਸੀ ਜਮਾਤਾਂ ਨੇ ਜਾਂ ਸਾਡੇ ਸਿਆਸਤਦਾਨ ਨੇ, ਉਹ ਲਗਾਤਾਰ ਮਜ਼ਬੂਤ ਹੁੰਦੇ ਜਾ ਰਹੇ ਨੇ। ਉਹਨਾਂ ਦੀ ਆਮਦਨ ਦੇ ਵਿੱਚ ਹਰ 5 ਸਾਲ ਬਾਅਦ ਇਜ਼ਾਫਾ ਹੋ ਜਾਂਦਾ ਹੈ, ਜਦੋਂ ਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਹਾਲਤ ਹੈ ਉਹ ਪਹਿਲਾਂ ਨਾਲੋਂ ਵੀ ਨਿੱਘਰ ਜਾਂਦੀ ਹੈਗੀ ਹੈ। ਸੋ ਮੁੱਖ ਮੰਤਰੀ ਨੇ ਜਿਹੜਾ ਇਹ ਵਜ਼ੀਫਾ ਸਕੈਮ ਦਾ ਅੱਜ ਨਵੀਂ ਪੜਤਾਲ ਦੇ ਹੁਕਮ ਜਾਰੀ ਕੀਤੇ ਨੇ, ਇਹ ਪਹਿਲੀ ਵਾਰ ਨਹੀਂ ਹੋਏ, ਇਹ 5ਵੀਂ ਦਫਾ ਇਸ ਵਜ਼ੀਫਾ ਸਕੈਮ ਦੀ ਜਿਹੜੀ ਪੜਤਾਲ ਹੋਏਗੀ। ਇਸ ਤੋਂ ਪਹਿਲਾਂ ਵੀ ਪੜਤਾਲਾਂ ਹੋਈਆਂ ਨੇ। ਤੁਹਾਨੂੰ ਚੇਤਾ ਹੋਏਗਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਨੇ ਤਾਂ ਉਹਨਾਂ ਨੇ ਪਹਿਲੇ ਵਰ੍ਹੇ ਦੇ ਵਿੱਚ ਜੂਨ 2017 ਦੇ ਵਿੱਚ ਜਿਹੜੀ ਵਜ਼ੀਫਾ ਸਕੈਮ ਦਾ ਜਿਹੜਾ ਜਾਂ ਵਜ਼ੀਫੇ ਦਾ ਜਿਹੜੀ ਵੰਡ ਹੋਈ ਸੀ 2011-12 ਤੋਂ ਲੈ ਕੇ 2016-17 ਤੱਕ, ਆਪਾਂ ਇਹ ਕਹਿ ਲਈਏ ਕਿ ਅਕਾਲੀ ਦਲ ਦੀ ਸੈਕਿੰਡ ਪਾਰੀ ਦੇ ਦੌਰਾਨ ਜਿਹੜਾ ਵਜ਼ੀਫਾ ਵੰਡਿਆ ਗਿਆ ਸੀ ਉਹਦਾ ਇੱਕ ਸਪੈਸ਼ਲ ਆਡਿਟ ਦੇ ਹੁਕਮ ਕੀਤੇ ਗਏ ਸੀਗੇ ਜੀ। ਸਾਰੇ ਪੰਜਾਬ ਦੇ ਵਿੱਚ ਪ੍ਰਾਈਵੇਟ ਅਦਾਰਿਆਂ ਨੂੰ ਕਿੰਨਾ ਪੈਸਾ ਵੰਡਿਆ ਗਿਆ, ਕੀ ਉਹ ਸਹੀ ਹੱਥਾਂ 'ਚ ਚਲਾ ਗਿਆ, ਕੀ ਵਿਦਿਆਰਥੀਆਂ ਦੇ ਜਿਹੜੇ ਇਨਰੋਲਮੈਂਟ ਸੀ ਕੀ ਉਹ ਸਹੀ ਸੀ, ਇਹ ਸਾਰੀਆਂ ਚੀਜ਼ਾਂ ਸਪੈਸ਼ਲ ਆਡਿਟ ਦੇ ਵਿੱਚ ਦੇਖੀਆਂ ਗਈਆਂ ਸੀ। ਉਸ ਤੋਂ ਬਾਅਦ 2019 ਦੇ ਵਿੱਚ ਜਨਵਰੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਇਹ ਆਡਿਟ ਰਿਵਿਊ ਦੇ ਹੁਕਮ ਕਰਦੇ ਨੇ ਜੀ। ਉਸ ਆਡਿਟ ਰਿਵਿਊ ਦੇ ਵਿੱਚ ਕੀ ਹੁੰਦਾ ਹੈ ਕਿ ਜੇ ਮਿਸਾਲ ਦੇ ਤੌਰ 'ਤੇ ਕਿਸੇ ਪ੍ਰਾਈਵੇਟ ਅਦਾਰੇ ਨੇ ਪਹਿਲੇ ਸਪੈਸ਼ਲ ਆਡਿਟ ਦੇ ਵਿੱਚ ਉਹਦੇ ਵੱਲ 10 ਕਰੋੜ ਰੁਪਏ ਦੀ ਰਾਸ਼ੀ ਨਿਕਲ ਆਈ ਜੀ, ਤਾਂ ਜਦੋਂ ਆਡਿਟ ਰਿਵਿਊ ਹੋਇਆ ਤਾਂ ਉਹ ਰਾਸ਼ੀ ਘਟ ਕੇ 5 ਕਰੋੜ ਦੀ ਰਹਿ ਗਈ ਜੀ। ਤਾਂ ਇਹ ਇੱਕ ਬਹੁਤ ਵੱਡੀ ਰਾਹਤ ਹੈ ਜਿਹੜੀ ਉਹ ਪ੍ਰਾਈਵੇਟ ਅਦਾਰਿਆਂ ਨੂੰ ਦੇ ਦਿੱਤੀ ਗਈ ਸੀ। ਆਪਾਂ ਇਹ ਨਹੀਂ ਕਹਿੰਦੇ ਕਿ ਸਾਰੇ ਪ੍ਰਾਈਵੇਟ ਅਦਾਰੇ ਇੱਕੋ ਜਿਹੇ ਨੇ, ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਪਰ ਜਿਨ੍ਹਾਂ ਨੇ ਮਲਾਈ ਛਕੀ ਹੈ ਉਹ ਅੱਜ ਵੀ ਬਚੇ ਹੋਏ ਨੇ। ਉਹਨਾਂ 'ਚ ਪ੍ਰਾਈਵੇਟ ਯੂਨੀਵਰਸਿਟੀਆਂ ਵੀ ਸ਼ਾਮਲ ਨੇ, ਉਹਨਾਂ 'ਚ ਪ੍ਰਾਈਵੇਟ ਕਾਲਜ ਵੀ ਜਿਹੜੇ ਦੇ ਨਾਂ ਹੈ ਜਿਹੜੇ ਉਹ ਬੋਲਦੇ ਨੇ ਜੀ। ਤਾਂ ਉਦੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਤੀਸਰੀ ਦਫਾ ਜਿਹੜੀ ਐਡੀਸ਼ਨਲ ਚੀਫ ਸੈਕਟਰੀ ਸੀ ਕਿਰਪਾ ਸ਼ੰਕਰ ਸਰੋਜ, ਉਹਨਾਂ ਨੇ ਇੱਕ ਪੜਤਾਲ ਕੀਤੀ ਸੀ ਵਜ਼ੀਫਾ ਸਕੈਮ ਦੀ। ਉਸ ਪੜਤਾਲ ਦੇ ਵਿੱਚ ਉਦੋਂ ਦੇ ਜਿਹੜੇ ਮੰਤਰੀ ਸੀ ਮਹਿਕਮੇ ਦੇ ਸਾਧੂ ਸਿੰਘ ਧਰਮਸੋਤ, ਉਹਨਾਂ 'ਤੇ ਉਂਗਲ ਉਠਾਈ ਗਈ ਸੀ।
ਉਦੋਂ ਵਿਰੋਧੀ ਧਿਰਾਂ ਨੇ ਰੌਲਾ ਵੀ ਬਹੁਤ ਪਾਇਆ ਸੀ। ਆਮ ਆਦਮੀ ਪਾਰਟੀ ਉਦੋਂ ਆਪੋਜੀਸ਼ਨ ਦੇ ਵਿੱਚ ਸੀ, ਇਹਨਾਂ ਨੇ ਵੀ ਇਹ ਮੁੱਦਾ ਚੁੱਕਿਆ ਸੀਗਾ। ਜੀ ਅਤੇ ਉਸ ਤੋਂ ਬਾਅਦ ਜਦੋਂ ਰੌਲਾ ਪਿਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਪੜਤਾਲ ਜਿਹੜੀ ਹੋਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ, ਅਤੇ ਚੀਫ ਸੈਕਟਰੀ ਦੀ ਨੇ ਉਹ 3 ਮੈਂਬਰੀ ਕਮੇਟੀ ਇੱਕ ਗਠਨ ਕੀਤਾ ਸੀਗਾ, ਅਤੇ ਉਹ 3 ਮੈਂਬਰੀ ਕਮੇਟੀ ਨੇ ਪੜਤਾਲ ਕੀਤੀ ਵਜੀਫਾ ਸਕੈਮ ਦੀ, ਅਤੇ ਉਹਦੇ ਵਿੱਚ ਸਾਧੂ ਸਿੰਘ ਧਰਮਸੋਤ ਨੂੰ ਜਿਹੜੀ ਕਲੀਨ ਚਿੱਟ ਹੈ ਉਹ ਦੇ ਦਿੱਤੀ ਗਈ ਸੀ। ਜੀ ਤਾਂ ਇਹ ਗਰੀਬ ਵੈਲਫੇਅਰ ਸਟੇਟ ਹੈ ਸਾਡੀ, ਇਹਦਾ ਫਰਜ਼ ਬਣਦਾ ਹੈ ਕਿ ਸਮਾਜ ਦੇ ਹਰ ਤਬਕੇ ਲਈ, ਉਹਦੀ ਭਲਾਈ ਲਈ ਜਾਂ ਲੋਕਾਂ ਦੀ ਭਲਾਈ ਲਈ ਕੋਈ ਨਾ ਕੋਈ ਕਦਮ ਚੁੱਕਦੀ ਰਹੇ। ਇਹ ਸਰਕਾਰਾਂ ਦਾ ਇੱਕ ਫਰਜ਼ ਹੈ ਅਤੇ ਲੋਕਾਂ ਦਾ ਇਹ ਇੱਕ ਹੱਕ ਵੀ ਹੈ। ਤਾਂ ਜਿੰਨੇ ਵੀ ਕਾਲਜਾਂ ਦੇ ਵਿੱਚ ਵਿਦਿਆਰਥੀ ਪੜ੍ਹਦੇ ਨੇ, ਖਾਸ ਕਰਕੇ ਗਰੀਬ ਘਰਾਂ ਦੇ ਦਲਿਤ ਬੱਚੇ ਪੜ੍ਹਦੇ ਨੇ, ਉਹਨਾਂ ਨੂੰ ਇਸ ਵਜੀਫਾ ਸਕੀਮ ਦਾ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੈ ਜਿਹੜੀ, ਜਿਹਦੀ ਟੋਟਲ ਪੈਸਾ ਜਿਹੜਾ ਉਸ ਕੇਂਦਰ ਸਰਕਾਰ ਦਿੰਦੀ ਰਹੀ ਹੈ, ਪਰ ਹੁਣ ਪਿੱਛੇ ਜੇ ਆ ਕੇ 2 ਸਾਲਾਂ ਤੋਂ 3 ਸਾਲ ਸੈਂਟਰ ਗੌਰਮੈਂਟ ਨੇ ਪੈਸੇ ਦਿੱਤੇ ਵੀ ਨਹੀਂ ਸੀ। ਉਹ ਹਜੇ ਤਕਰੀਬਨ 1500 ਕਰੋੜ ਰੁਪਏ ਦਾ ਬਕਾਇਆ ਕੇਂਦਰ ਸਰਕਾਰ ਵੱਲ ਖੜਾ ਹੈਗਾ। ਉਸ ਤੋਂ ਬਾਅਦ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਸੀ ਤਾਂ ਉਹਨਾਂ ਨੇ ਵੀ ਇੱਕ ਕਿਹਾ ਸੀ ਕਿ ਡਾਕਟਰ ਅੰਬੇਦਕਰ ਦੇ ਨਾਮ 'ਤੇ ਵੀ ਵਜੀਫਾ ਸਕੀਮ ਹੈ ਜਿਹੜੀ ਉਹ ਸਟੇਟ ਗੌਰਮੈਂਟ ਦੀ ਹੋਏਗੀ, ਪਰ ਉਹ ਵੀ ਕਿਸੇ ਤਨ ਪੱਤਨ ਨਹੀਂ ਸੀ ਲੱਗੀ। ਉਸ ਤੋਂ ਬਾਅਦ ਭਾਰਤ ਸਰਕਾਰ ਨੇ ਇੱਕ 60-40 ਦੀ ਰੇਸ਼ੋ ਵਾਲੀ ਸਕੀਮ ਹੈ ਜਿਹੜੀ ਉਸੇ ਨੂੰ ਮੋਡੀਫਾਈ ਕੀਤਾ ਸੀ। ਹੁਣ ਜਿਹੜੀ 2 ਸਾਲਾਂ ਤੋਂ ਵਜੀਫਾ ਸਕੀਮ ਹੈ ਜਿਹੜੀ ਉਹ ਠੀਕ ਚੱਲਦੀ ਆ ਰਹੀ ਹੈ, ਜਿਹਦੇ ਵਿੱਚ 60% ਸ਼ੇਅਰ ਹੈ ਜਿਹੜਾ ਉਹ ਸੈਂਟਰ ਦਾ ਹੁੰਦਾ ਹੈ, 40% ਜਿਹੜੀ ਹਿੱਸੇਦਾਰੀ ਹੈ ਉਹ ਸੂਬਾ ਸਰਕਾਰ ਪਾਉਂਦੀ ਹੈ। ਤਾਂ ਇਸੇ ਦੌਰਾਨ ਤੁਹਾਨੂੰ ਮੈਂ ਇੱਕ ਗੱਲ ਇਹ ਵੀ ਚੇਤੇ ਕਰਾਉਣਾ ਚਾਹੁੰਦਾ ਕਿ 2018 ਦੇ ਵਿੱਚ 31 ਮਈ 2018 ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਕੈਬਨਿਟ ਮੀਟਿੰਗ ਹੋਈ ਸੀ। ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਸਪੈਸ਼ਲ ਆਡਿਟ ਦੇ ਵਿੱਚ ਜਿਨ੍ਹਾਂ ਪ੍ਰਾਈਵੇਟ ਕਾਲਜਾਂ, ਜਿਨ੍ਹਾਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵੱਲ 50 ਲੱਖ ਰੁਪਏ ਤੋਂ ਉੱਪਰ ਦੀ ਰਾਸ਼ੀ ਨਿਕਲੀ ਹੈ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਦਾ ਮਤਲਬ ਸੀ ਕਿ ਕ੍ਰਿਮੀਨਲ ਕਾਰਵਾਈ ਕੀਤੀ ਜਾਵੇ, ਉਹਨਾਂ ਦੇ ਖਿਲਾਫ FIR ਦਰਜ ਕਰਾਈ ਜਾਵੇ। ਪਰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਸਾਰੇ ਪ੍ਰਾਈਵੇਟ ਅਦਾਰੇ ਇਕਜੁੱਟ ਹੋ ਜਾਂਦੇ ਨੇ, ਕਿਉਂਕਿ ਇਹਨਾਂ ਲੋਕਾਂ ਦਾ ਰਸੂਖ ਵੀ ਬਹੁਤ ਹੈ ਸਰਕਾਰਾਂ 'ਤੇ, ਸਰਕਾਰਾਂ ਪ੍ਰਭਾਵ ਮੰਨਦੀਆਂ ਵੀ ਨੇ, ਕਿਉਂਕਿ ਕੋਈ ਮੈਨੂੰ ਨਹੀਂ ਲੱਗਦਾ ਮੁੱਖ ਮੰਤਰੀ ਇਹੋ ਜਿਹਾ ਹੋਏਗਾ ਜਿਹੜਾ ਇੱਕ ਮੋਹਾਲੀ ਦੀ ਯੂਨੀਵਰਸਿਟੀ 'ਚ ਅਤੇ ਇੱਕ ਜਲੰਧਰ ਦੀ ਯੂਨੀਵਰਸਿਟੀ 'ਚ ਨਾ ਗਿਆ ਹੋਵੇ, ਨਾ ਭੰਗੜੇ ਪਾ ਕੇ ਆਇਆ ਹੋਵੇ। ਬਿਲਕੁਲ ਇਹ ਇੱਦਾਂ ਚੱਲਦਾ ਰਿਹਾ, ਫਿਰ ਉਹ ਕਿੱਦਾਂ ਕਾਰਵਾਈ ਕਰਨਗੇ। ਤਾਂ ਇਹਦਾ ਰਿਜ਼ਲਟ ਇਹ ਨਿਕਲਿਆ ਆਤਿਸ਼ ਕਿ 1 ਜਨਵਰੀ 2022 ਨੂੰ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ, ਹਾਲਾਂਕਿ ਉਹ ਖੁਦ ਦਲਿਤ ਪਰਿਵਾਰ 'ਚੋਂ ਸੀ, ਤਾਂ ਲੋਕ ਉਹ ਤੋਂ ਤਵੱਕੋ ਵੱਧ ਵੀ ਕਰਦੇ ਸੀਗੇ ਕਿ ਜਿਹੜੇ ਗਰੀਬ ਬੱਚੇ ਆ ਉਹਨਾਂ ਨੂੰ ਇਨਸਾਫ ਮਿਲੇਗਾ। ਤਾਂ ਉਹਨਾਂ ਨੇ 1 ਜਨਵਰੀ 2022 ਨੂੰ ਜਿਹੜੀ ਕੈਬਨਿਟ ਮੀਟਿੰਗ ਕੀਤੀ, ਉਹਦੇ ਵਿੱਚ ਜਿਹੜਾ ਪਹਿਲਾ ਕੈਬਨਿਟ ਦਾ ਫੈਸਲਾ ਸੀ ਉਸ ਨੂੰ ਅਲੱਦ ਦਿੱਤਾ ਗਿਆ। ਉਹਨਾਂ ਨੇ ਕਹਿ ਤਾ ਕਿ ਠੀਕ ਹੈ ਕਿ ਜਿਨ੍ਹਾਂ ਵੱਲ ਰਾਸ਼ੀ ਖੜੀ ਹੈ ਜਾਂ ਨਿਕਲੀ ਸੀ, ਉਹਨਾਂ ਖਿਲਾਫ ਜਿਹੜੀ ਕ੍ਰਿਮੀਨਲ ਕਾਰਵਾਈ ਕਰਨ ਦੀ ਕੋਈ ਉਚਿਤਤਾ ਜਿਹੜੀ ਬਣਦੀ ਨਹੀਂ ਹੈਗੀ। ਤਾਂ ਇਹਦੇ ਨਾਲ ਕੀ ਹੋ ਗਏ ਸੀ, ਇੱਕ ਤਰੀਕੇ ਨਾਲ ਜਿਹੜੇ ਧਨਾੜ ਅਦਾਰੇ ਸੀ ਜਾਂ ਰਸੂਖਵਾਨਾਂ ਦੇ ਵੱਡੇ ਕਾਲਜ ਜਾਂ ਯੂਨੀਵਰਸਿਟੀਆਂ ਸੀ, ਉਹ ਸਾਰੇ ਸਾਫ਼ ਬਚ ਕੇ ਨਿਕਲ ਗਏ। ਉਹਨਾਂ ਦੇ ਜਿਹੜੇ ਮਨਾਂ 'ਤੇ ਬੋਝ ਸੀ ਉਹ ਪੂਰੀ ਤਰ੍ਹਾਂ ਚੰਨੀ ਸਰਕਾਰ ਨੇ ਲਾ ਦਿੱਤਾ ਸੀ। ਹਾਲਾਂਕਿ ਉਹਨਾਂ ਦੇ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਨੇ ਉਸ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ 100 ਦੇ ਕਰੀਬ ਪ੍ਰਾਈਵੇਟ ਅਦਾਰੇ ਇਹੋ ਜਿਹੇ ਨੇ ਜਿਨ੍ਹਾਂ ਵੱਲ 100 ਕਰੋੜ ਤੋਂ ਰੁਪਏ ਤੋਂ ਉੱਪਰ ਰਾਸ਼ੀ ਹੈ ਜਿਹੜੀ ਵਜੀਫਾ ਸਕੀਮ ਦੀ ਖੜੀ ਹੋਈ ਹੈ ਜਾਂ ਨਿਕਲੀ ਆਡਿਟਾਂ ਦੇ ਵਿੱਚ, ਟਾਈਮ ਟੂ ਟਾਈਮ ਇਨਕੁਆਇਰੀਆਂ ਦੇ ਵਿੱਚ। ਤਾਂ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਪਰਚੇ ਵੀ ਦਰਜ ਕਰਾਵਾਂਗੇ। ਇੱਥੋਂ ਤੱਕ ਕਿ ਆਤਿਸ਼ ਸੁਪਰੀਮ ਕੋਰਟ ਦੀ ਰੂਲਿੰਗ ਵੀ ਹੈ ਕਿ ਅਗਰ ਕਿਸੇ ਅਦਾਰੇ ਵੱਲ 50 ਲੱਖ ਤੋਂ ਜ਼ਿਆਦਾ ਰਾਸ਼ੀ ਨਿਕਲਦੀ ਹੈ ਤਾਂ ਉਹਨਾਂ ਖਿਲਾਫ ਹੈ ਜਿਹੜੀ ਕਾਰਵਾਈ ਕੀਤੀ ਜਾਣੀ ਬਣਦੀ ਹੈ। ਸੋ ਇਹ ਵਜੀਫਾ ਸਕੀਮਾਂ ਦੀਆਂ ਜਿਹੜੀਆਂ ਘਪਲੇ ਹੈ ਜਾਂ ਇਹਦੀਆਂ ਪੜਤਾਲਾਂ ਹੈ, ਇਹ ਇਸ ਕਿਸਮ ਦਾ ਇਤਿਹਾਸ ਇਹਨਾਂ ਦਾ ਰਿਹਾ ਹੈ। ਇੱਕ ਵਾਰੀ ਵਿੱਚ ਦੀ ਜਿਹੜਾ ਇੱਕ ਰਿਟਾਇਰਡ ਜੱਜ ਤੋਂ ਵੀ ਇਨਕੁਆਇਰੀ ਕਰਵਾਈ ਸੀ ਇਹਨਾਂ ਨੇ, ਸੈਸ਼ਨ ਜੱਜ ਤੋਂ, ਉਹਨਾਂ ਨੇ ਵੀ ਜਿਹੜਾ 6 ਜਿਹੜੇ ਡਿਪਾਰਟਮੈਂਟਲ ਬੰਦੇ ਸੀ ਉਹਨਾਂ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਸੀ। ਤਾਂ ਵਜੀਫਾ ਸਕੀਮ ਦੇ ਵਿੱਚ ਹੁਣ ਤੱਕ ਕੀ ਹੋਇਆ ਹੈਗਾ ਕਿ ਜਿਹੜੇ ਪ੍ਰਾਈਵੇਟ ਅਦਾਰੇ ਦੋਸ਼ੀ ਸੀ ਉਹਨਾਂ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ, ਜਿਹੜੇ ਸਿਆਸੀ ਲੋਕ ਦੋਸ਼ੀ ਸੀ ਉਹਨਾਂ ਖਿਲਾਫ ਕਾਰਵਾਈ ਨਹੀਂ ਹੋਈ, ਅਤੇ ਸਿਰਫ ਜੇ ਕਾਰਵਾਈ ਹੋ ਤਾਂ ਵਿਭਾਗ ਦੇ ਜਿਹੜੇ ਮੁਲਾਜ਼ਮ ਸੀ ਹੇਠਲੇ ਉਹਨਾਂ 'ਤੇ ਕਾਰਵਾਈ ਹੋਈ। ਠੀਕ ਹੈ, ਉਹ ਵੀ ਇਸ ਸਕੀਮ ਦੇ ਵਿੱਚ ਇਨਵੋਲਵ ਸੀ, ਜਿਨ੍ਹਾਂ ਨੇ ਪ੍ਰਾਈਵੇਟ ਕਾਲਜਾਂ ਨੂੰ ਜਿਹੜੇ ਉਹਨਾਂ ਦੇ ਰਿਕਵਰੀ ਕੱਢੀ ਸੀ ਉਸ ਨੂੰ ਮਾਫ ਹੀ ਕਰ ਦਿੱਤਾ। ਤਕਰੀਬਨ 16 ਕਰੋੜ ਰੁਪਏ ਦੀ ਰਾਸ਼ੀ ਸੀ ਜਿਹਦਾ ਜ਼ਿਆਦਾ ਰੌਲਾ ਪੈਂਦਾ ਰਿਹਾ, ਜਿਹਦੀ ਸੈਸ਼ਨ ਜੱਜ ਨੇ ਇਨਕੁਆਇਰੀ ਕੀਤੀ, ਜਾਂ ਕਿਰਪਾ ਸ਼ੰਕਰ ਸਰੋਜ ਵਾਲੀ ਆਪਾਂ ਗੱਲ ਕਰਦੇ ਹੈਗੇ ਹਾਂ। ਤਾਂ ਹੁਣ ਭਗਵੰਤ ਮਾਨ ਹੋਰਾਂ ਨੇ ਜਿਹੜੀ ਇਨਕੁਆਇਰੀ ਦੇ ਆਰਡਰ ਕੀਤੇ ਹੈਗੇ ਨੇ, ਹੁਣ ਮੈਨੂੰ ਨਹੀਂ ਪਤਾ ਵੀ ਕਿਸ ਤਰੀਕੇ ਨਾਲ ਕੀ ਸੋਚ ਕੇ ਉਹਨਾਂ ਨੇ ਕੀਤੇ ਹੈਗੇ ਨੇ। ਇਹ ਇਨਕੁਆਇਰੀ ਕਿਸ ਪੱਧਰ ਤੱਕ, ਉਹ ਕਿਸ ਮੁਕਾਮ ਤੱਕ ਲੈ ਕੇ ਜਾਂਦੇ ਨੇ,
ਇਹ ਸਿਰੇ ਤੱਕ ਜਾਏਗੀ ਜਾਂ ਨਹੀਂ ਜਾਏਗੀ। ਇਹ ਠੀਕ ਹੈ, ਜਿਹੜਾ ਜੰਗਲਾਤ ਦਾ ਘਪਲਾ ਹੋਇਆ ਹੈ ਉਹਦੇ ਵਿੱਚ ਸਾਧੂ ਸਿੰਘ ਧਰਮਸੋਤ ਜੇਲ੍ਹ 'ਚ ਹੈਗੇ ਨੇ, ਅਜੇ ਪਰਚਾ ਵੀ ਦਰਜ ਹੋਇਆ, ਅਤੇ ਗਿਲਜੀਆਂ ਜਿਹੜੇ ਉਹਨਾਂ 'ਤੇ ਵੀ ਪਰਚਾ ਦਰਜ ਹੋਇਆ, ਉਹ ਵੀ ਜੰਗਲਾਤ ਮੰਤਰੀ ਰਹੇ ਨੇ। ਤਾਂ ਹੁਣ ਇਸ ਦੇ ਵਿੱਚ ਜਿਹੜੀ ਵੱਡੀ ਦਿੱਕਤ ਆਉਣੀ ਹੈ, ਜਾਂ ਆਪਾਂ ਕਹਿ ਲਈਏ ਕਿ ਆਪ ਸਰਕਾਰ ਲਈ ਇੱਕ ਵੱਡੀ ਜਿਹੜੀ ਚੁਣੌਤੀ ਹੋਏਗੀ, ਜਾਂ ਆਪਾਂ ਕਹਿ ਲਈਏ ਕਿ ਇੱਕ ਪਰਖ ਦੀ ਘੜੀ ਹੋਏਗੀ ਕਿ ਇਹ ਡਿਸਾਈਡ ਕਰੇਗੀ ਇਹ ਵਜੀਫਾ ਸਕੈਮ ਦੀ ਜਿਹੜੀ ਪੜਤਾਲ ਹੈ ਕਿ ਨਾ ਭਗਵੰਤ ਮਾਨ ਨੇ ਅੱਜ ਕੀਤੀ ਹੈ ਆਰਡਰ, ਇਹ ਤੋਂ ਕਾਫੀ ਕੁਝ ਤੈਅ ਹੋਏਗਾ। ਹੁਣ ਇਹਦੇ ਵਿੱਚ ਦੋ ਯੂਨੀਵਰਸਿਟੀਆਂ ਮੇਨ ਆਉਂਦੀਆਂ ਹੈਗੀਆਂ ਨੇ। ਇੱਕ ਯੂਨੀਵਰਸਿਟੀ ਹੈ ਜ਼ਿਲ੍ਹਾ ਮੋਹਾਲੀ ਦੀ। ਉਸ ਯੂਨੀਵਰਸਿਟੀ ਜਿਹੜੀ ਪਿੱਠ ਹੈ ਉਹ ਸੈਂਟਰ ਸਰਕਾਰ ਨਾਲ ਲੱਗਦੀ ਹੈ। ਜਦੋਂ ਪਹਿਲਾ ਸਪੈਸ਼ਲ ਆਡਿਟ ਕੈਪਟਨ ਸਰਕਾਰ ਨੇ ਕਰਾਇਆ ਤਾਂ ਉਸ ਯੂਨੀਵਰਸਿਟੀ ਦੇ ਵੱਲ 23 ਕਰੋੜ ਰੁਪਏ ਦੀ ਰਾਸ਼ੀ ਨਿਕਲੀ ਤਾਂ ਉਹਨਾਂ ਨੇ ਪ੍ਰੈਸ਼ਰ ਬਣਾਇਆ। ਜਦੋਂ ਉਹਦਾ ਆਡਿਟ ਰਿਵਿਊ ਹੋਇਆ ਤਾਂ ਉਹ ਰਾਸ਼ੀ ਘਟ ਕੇ 3 ਕਰੋੜ ਰੁਪਏ ਰਹਿ ਗਈ। ਇਹਦਾ ਮਤਲਬ ਕਿ ਇੱਕੋ ਝੱਟ ਦੇ ਵਿੱਚ 23 ਕਰੋੜ ਵਾਲੀ ਰਾਸ਼ੀ ਦੇ ਵਿੱਚੋਂ 20 ਕਰੋੜ ਦੀ ਰਾਸ਼ੀ ਜਿਹੜੀ ਰਿਮੂਵ ਕਰਕੇ ਸਿਰਫ 3 ਕਰੋੜ 8 ਰੁਪਇਆ ਰਹਿ ਗਿਆ ਸੀ। ਇਸ ਤਰ੍ਹਾਂ ਹੀ ਜ਼ਿਲ੍ਹਾ ਜਲੰਧਰ ਦੀ ਇੱਕ ਯੂਨੀਵਰਸਿਟੀ ਹੈ, ਉਹਦੇ ਵੱਲ 7.5 ਕਰੋੜ ਰੁਪਏ ਦੀ ਰਾਸ਼ੀ ਨਿਕਲੀ ਸੀ ਤਾਂ ਉਹਨਾਂ ਨੇ ਵੀ ਰੌਲਾ ਪਾਇਆ ਜਾਂ ਦਬਾਅ ਬਣਾਇਆ ਪੋਲੀਟੀਕਲੀ। ਤਾਂ ਜਦੋਂ ਉਹਨਾਂ ਦਾ ਰਿਵਿਊ ਹੋਇਆ ਆਡਿਟ ਤਾਂ ਉਹਦੇ ਵਿੱਚ ਉਹੀ ਰਾਸ਼ੀ ਘਟ ਕੇ ਜਿਹੜੀ 3 ਕਰੋੜ ਰੁਪਇਆ ਰਹਿ ਗਈ ਸੀ। ਤਾਂ ਉਹ ਵੀ ਯੂਨੀਵਰਸਿਟੀ ਵਾਲੇ ਜਿਹੜੇ ਨਾਮੀ ਬੰਦੇ ਨੇ ਉਹਨਾਂ ਦੀ ਵੀ ਪਿੱਠ ਹੈ ਜਿਹੜੀ ਦਿੱਲੀ ਨਾਲ ਕਿਸੇ ਤਰੀਕੇ ਨਾਲ ਲੱਗਦੀ ਹੈ। ਜੇ ਮੋਹਾਲੀ ਵਾਲਿਆਂ ਦੀ ਵੱਡਿਆਂ ਨਾਲ ਲੱਗਦੀ, ਦਿੱਲੀ ਵਾਲਿਆਂ ਨਾਲ, ਤਾਂ ਉਹਨਾਂ ਦੀ ਛੋਟਿਆਂ ਨਾਲ ਲੱਗਦੀ ਹੋਏਗੀ। ਤਾਂ ਹੁਣ ਦੇਖਣਾ ਇਹ ਹੋਏਗਾ ਕਿ ਜਦੋਂ ਕੈਬਨਿਟ ਮੀਟਿੰਗਾਂ ਦੇ ਵਿੱਚ ਵੀ ਪਰਚੇ ਦਰਜ ਕਰਨ ਲਈ ਕਿਹਾ ਗਿਆ ਸੀ ਅਤੇ ਕੈਬਨਿਟ ਦੇ ਵਿੱਚ ਰਿਮੂਵ ਵੀ ਕਰਤਾ ਸੀ ਕਿ ਪਰਚੇ ਨਹੀਂ ਦਰਜ ਕਰਨੇ, ਤਾਂ ਜਿਹੜੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਕਿ ਇਹ ਇਕੱਲੇ, ਮੈਂ ਪਰਟੀਕੂਲਰ ਇੱਕ ਮਿਸਾਲ ਦੇ ਤੌਰ 'ਤੇ 2 ਅਦਾਰਿਆਂ ਦੀ ਗੱਲ ਕੀਤੀ ਹੈ, ਇੱਦਾਂ ਦੇ ਬਹੁਤ ਰਸੂਖਦਾਰ ਲੋਕਾਂ ਦੇ ਅਦਾਰੇ ਹੈਗੇ ਨੇ ਜਿਨ੍ਹਾਂ ਵੱਲ ਰਾਸ਼ੀ ਨਿਕਲੀ ਹੈ। ਤਕਰੀਬਨ 70 ਕਾਲਜ ਔਰ ਯੂਨੀਵਰਸਿਟੀਆਂ ਨੇ ਜਿਨ੍ਹਾਂ ਵੱਲ 50 ਲੱਖ ਰੁਪਏ ਤੋਂ ਉੱਪਰ ਦਾ ਪੈਸਾ ਵਜੀਫਾ ਸਕੈਮ ਦਾ ਜਿਹੜਾ ਫਸਿਆ ਹੋਇਆ ਹੈ ਜਾਂ ਉਹਨੂੰ ਰਿਕਵਰੀ ਪਾਈ ਗਈ ਹੈ ਉਹਨਾਂ 'ਚ ਹੋਰ ਵੀ ਬਹੁਤ ਸਾਰੇ ਨੇ। ਕਿਸੇ ਦੀ ਕਿਸੇ ਨਾਲ ਤੰਦ ਜੁੜਦੇ ਨੇ, ਕਿਸੇ ਦੀ ਅਕਾਲੀਆਂ ਨਾਲ ਪਹੁੰਚ ਹੈ, ਕਿਸੇ ਦੀ ਕਾਂਗਰਸੀਆਂ ਤੱਕ ਪਹੁੰਚ ਹੈ, ਕਿਸੇ ਦੀ ਮੌਜੂਦਾ ਸਰਕਾਰ ਤੱਕ ਪਹੁੰਚ ਹੈਗੀ ਹੈ। ਤਾਂ ਹੁਣ ਦੇਖਣ ਵਾਲੇ ਪੰਜਾਬ ਦੇ ਲੋਕ ਇਹ ਦੇਖਣਗੇ ਕਿ ਨਵੀਂ ਸਰਕਾਰ ਨੇ ਜਿਹੜਾ ਪੈਂਤੜਾ ਲਿਆ ਹੈ ਉਸ ਨੂੰ ਕਿਸ ਮੁਕਾਮ ਤੱਕ ਲੈ ਕੇ ਜਾਂਦੇ ਨੇ, ਫਿਰ ਹੀ ਆਪਾਂ ਕਹਿ ਸਕਾਂਗੇ ਕਿ ਅਸਲੀ ਬਦਲਾਅ ਹੈ। ਚਰਨਜੀਤ ਜੀ, ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਗੱਲ ਕਰੀ ਹੈ ਕਿਉਂਕਿ ਪੰਜਾਬ ਦੇ ਵਿੱਚ ਇੱਕ ਮਾਫੀਆ ਰਾਜ ਭਰੂ ਹੈ, ਕਪਲਿਆਂ ਦੀ ਕੋਈ ਘਾਟ ਨਹੀਂ ਹੈ। ਇਸ ਦੇ ਨਾਲ ਹੀ ਗੱਲ ਕਰੀਏ ਤਾਂ ਇੱਕ ਹੋਰ ਨਵਾਂ ਜਿਹੜਾ ਮਾਮਲਾ ਕਹਿ ਲਈਏ, ਨਵਾਂ ਘਪਲਾ ਉੱਭਰ ਕੇ ਸਾਹਮਣੇ ਆ ਰਿਹਾ ਹੈ ਸਪੋਰਟਸ ਕਿੱਟਾਂ ਦੇ ਵਿੱਚ, ਜਿਸ ਨੂੰ ਲੈ ਕੇ ਵਿਜੀਲੈਂਸ ਨੇ ਹੁਣ ਆਪਣੇ ਹੱਥ ਪੈਰ ਮਾਰਨੇ ਵੀ ਸ਼ੁਰੂ ਕੀਤੇ ਨੇ। ਅਸੀਂ ਜਾਣਨਾ ਚਾਹਾਂਗੇ ਸਪੋਰਟਸ ਕਿੱਟਾਂ ਜਿਹੜਾ ਮਾਮਲਾ ਉੱਭਰ ਕੇ ਸਾਹਮਣੇ ਇਹ ਕੀ ਮਾਮਲਾ? ਦੇਖੋ ਆਤਿਸ਼, ਸਾਡੀ ਪੰਜਾਬ ਦੀ ਪਵਿੱਤਰ ਧਰਤੀ ਹੈ, ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਅਤੇ ਇਹ ਇਸ ਤਰ੍ਹਾਂ ਦੇ ਲੋਕਾਂ ਨੇ, ਇਸ ਤਰ੍ਹਾਂ ਦੇ ਸਿਆਸਤਦਾਨਾਂ ਨੇ ਜਾਂ ਇਸ ਤਰ੍ਹਾਂ ਦੇ ਘਪਲਿਆਂ ਨੇ ਸਾਡੀ ਇਸ ਪਵਿੱਤਰ ਧਰਤੀ 'ਤੇ ਤਰ੍ਹਾਂ ਦੇ ਜਿਹੜੇ ਦਾਗ ਹੈ ਉਹ ਲਾ ਦਿੱਤੇ ਨੇ। ਤਾਂ ਘਪਲੇ ਤਾਂ ਕਿਸੇ ਮਰਜ਼ੀ ਮਹਿਕਮੇ ਨੂੰ ਤੁਸੀਂ ਛੇੜ ਲਓ, ਉੱਥੋਂ ਕੋਈ ਨਾ ਕੋਈ ਘਪਲਾ ਤੁਹਾਨੂੰ ਜ਼ਰੂਰ ਨਿਕਲ ਆਏਗਾ, ਕਿਉਂਕਿ ਜੇ ਵਿਕਾਸ ਕੀਤਾ ਹੁੰਦਾ ਤਾਂ ਵਿਕਾਸ ਦਿਖਦਾ, ਜੇ ਘਪਲੇ ਕੀਤੇ ਤਾਂ ਘਪਲੇ ਤਾਂ ਤੁਹਾਨੂੰ ਦਿਖਣਗੇ ਹੀ ਦਿਖਣਗੇ। ਤਾਂ ਹੁਣ ਤਾਜ਼ਾ ਜਿਹੜਾ ਇੱਕ ਇਕਬਾਲ ਸਿੰਘ ਨਾਮ ਦਾ ਸਾਬਕਾ PCS ਅਧਿਕਾਰੀ ਹੈ ਜਲੰਧਰ ਦਾ, ਉਹਨੇ ਪਿਛਲੇ ਦਿਨਾਂ 'ਚ ਚੰਨੀ ਸਰਕਾਰ ਦੇ ਇੱਕ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਇੱਕ ਕੰਪਲੇਂਟ ਭੇਜੀ ਸੀ, ਸ਼ਿਕਾਇਤ ਭੇਜੀ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਇਲਜ਼ਾਮ ਲਾਇਆ ਸੀਗਾ ਕਿ ਜਦੋਂ ਚੋਣ ਜ਼ਾਬਤਾ ਲੱਗਣਾ ਸੀ 2022 ਦੀਆਂ ਚੋਣਾਂ ਦਾ, ਤਾਂ ਚੋਣ ਜ਼ਾਬਤੇ ਤੋਂ ਪਹਿਲਾਂ ਤਾਂ ਜਿਹੜਾ ਅਸੀਂ ਰਿਕਾਰਡ ਦੇਖਿਆ ਉਹਦੇ ਵਿੱਚ ਹੈ ਕਿ ਨਵੰਬਰ 2021 ਦੇ ਵਿੱਚ ਇਹ ਫੈਸਲਾ ਹੋਇਆ ਕਿ ਜਿਹੜੇ ਸਾਡੇ ਸਪੋਰਟਸਮੈਨ ਨੇ ਵਿੰਗਾਂ ਵਾਲੇ, ਉਹਨਾਂ ਨੂੰ ਪ੍ਰਤੀ ਖਿਡਾਰੀ 3000 ਰੁਪਏ ਦੀ ਰਾਸ਼ੀ ਹੈ ਜਿਹੜੀ ਦਿੱਤੀ ਜਾਏਗੀ। ਤਾਂ ਉਦੋਂ ਟਾਈਮ ਇਹ ਡਰ ਲੱਗਦਾ ਸੀ ਕਦੋਂ ਵੀ ਚੋਣ ਜ਼ਾਬਤਾ ਲੱਗ ਸਕਦਾ ਹੈ। ਤਾਂ ਉਦੋਂ ਸਪੋਰਟਸ ਡਿਪਾਰਟਮੈਂਟ ਨੇ ਡਾਇਰੈਕਟ ਬੈਨੀਫਿਟ ਸਕੀਮ ਦੇ ਤਹਿਤ ਇੱਕ ਸ਼ਨਾਖਤ ਕੀਤੀ ਪਹਿਲਾਂ ਤਾਂ ਜ਼ਿਲ੍ਹਾ ਖੇਡ ਅਫਸਰਾਂ ਨੇ ਕਿ ਹਰ ਜ਼ਿਲ੍ਹੇ ਦੇ ਵਿੱਚ ਕਿੰਨੇ ਬੈਨੀਫਿਸ਼ਰੀ ਹੈ। ਤਾਂ ਸਾਰੇ ਪੰਜਾਬ ਦੇ ਵਿੱਚ 10,300 ਖਿਡਾਰੀ ਹੈ ਜਿਹੜਾ ਉਹ ਇਸ ਸਕੀਮ ਦੇ ਯੋਗ ਪਾਏ ਗਏ, ਜਿਨ੍ਹਾਂ ਨੂੰ ਸਪੋਰਟਸ ਕਿੱਟਾਂ ਦਿੱਤੀਆਂ ਜਾਣੀਆਂ ਸੀ, ਖੇਡ ਕਿੱਟਾਂ ਦਿੱਤੀਆਂ ਜਾਣੀਆਂ ਸੀ। ਉਹਦੇ ਵਿੱਚੋਂ 1400 ਖਿਡਾਰੀਆਂ ਦੇ ਜਿਹੜੇ ਬੈਂਕ ਖਾਤੇ ਹੈ ਉਹ ਵੈਰੀਫਾਈ ਨਹੀਂ ਸੀ ਹੋ ਸਕੇ। ਜਿਹੜੇ ਬਾਕੀ 9900 ਅਧਿਕਾਰੀ ਸੀ ਉਹਨਾਂ ਨੂੰ 9900 ਖਿਡਾਰੀ ਸੀ ਜਿਹੜੇ, ਉਹਨਾਂ ਨੂੰ 3000 ਰੁਪਏ ਪ੍ਰਤੀ ਖਿਡਾਰੀ ਦੇ ਹਿਸਾਬ ਨਾਲ ਖੇਡ ਕਿੱਟਾਂ ਲਈ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਰਾਸ਼ੀ ਪਾ ਦਿੱਤੀ ਗਈ। ਪਹਿਲੇ ਦਿਨ ਰਾਸ਼ੀ ਸਾਰੇ ਖਿਡਾਰੀਆਂ ਦੇ ਖਾਤਿਆਂ 'ਚ ਚਲੀ ਗਈ। ਦੂਸਰੇ ਦਿਨ ਹੀ ਜਾਂ ਤੀਸਰੇ ਦਿਨ ਹੀ ਜਿਹੜੇ ਜ਼ਿਲ੍ਹਾ ਖੇਡ ਅਫਸਰ ਸੀ ਉਹਨਾਂ ਸਾਰੇ ਖਿਡਾਰੀਆਂ ਤੋਂ ਚੈੱਕ ਵਾਪਸ ਲੈ ਲਏ। ਚੈੱਕ ਕਿਹਦੇ ਨਾਂ 'ਤੇ ਲਏ? ਖੇਡ ਫਰਮਾਂ ਦੇ ਨਾਂ 'ਤੇ। ਹੁਣ ਕੀ ਹੈ, ਇੱਕ ਹੱਥ ਦਿੱਤਾ
ਤੇ ਦੂਜੇ ਹੱਥ ਤੁਸੀਂ ਲੈ ਲਿਆ। ਜੀ ਤਾਂ ਇਹਦੇ ਨਾਲ ਇੱਕ ਜਿਹੜੀ ਮੁੱਢਲੀ ਪੜਤਾਲ ਮਹਿਕਮੇ ਨੇ ਕੀਤੀ, ਪਹਿਲੀ ਪੜਤਾਲ ਤਾਂ ਇਹ ਕੀਤੀ ਕਿ ਤੁਹਾਨੂੰ ਆਰਡਰ ਕਿਹਨੇ ਕੀਤੇ। ਜੀ ਬਿਲਕੁਲ। ਜਿਹੜੇ ਉਹਨਾਂ ਦੇ DSOs ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਆਰਡਰ ਕਿਹਨੇ ਕੀਤੇ ਸੀ ਕਿ ਤੁਸੀਂ ਜਿਹੜੇ ਉਹਨਾਂ ਖਿਡਾਰੀਆਂ ਤੋਂ ਚੈੱਕ ਵਾਪਸ ਲਓ ਜਾਂ ਡਰਾਫਟ ਵਾਪਸ ਲਓ। ਤਾਂ ਉਹਨਾਂ ਨੇ ਉਦੋਂ ਦੇ ਜਿਹੜੇ ਡਾਇਰੈਕਟਰ ਹੈ ਉਹਨਾਂ 'ਤੇ ਉਂਗਲ ਧਰਤੀ। ਇਹ ਸਾਰਾ ਔਨ ਰਿਕਾਰਡ ਗੱਲ ਹੈਗੀ ਹੈ। ਜੀ ਜਦੋਂ ਖੇਡ ਮਹਿਕਮੇ ਦੇ ਮੌਜੂਦਾ ਮੰਤਰੀ ਹੈ ਗੁਰਮੀਤ ਸਿੰਘ ਮੀਤ ਹੇਅਰ, ਉਹਨਾਂ ਦੇ ਮਸਲਾ ਇਹ ਸਾਰਾ ਧਿਆਨ 'ਚ ਆਇਆ। ਉਹਨਾਂ ਨੂੰ ਲੱਗਿਆ ਕਿ ਇਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਗੜਬੜ ਹੋਈ ਹੈ। ਤਾਂ ਉਹਨਾਂ ਨੇ ਵੀ ਦੇਖਿਆ ਹੋਏਗਾ ਕਿ ਜੇ ਅਗਰ ਤੁਸੀਂ ਡਾਇਰੈਕਟ ਬੈਨੀਫਿਟ ਸਕੀਮ ਦੇ ਤਹਿਤ ਖਿਡਾਰੀਆਂ ਦੇ ਖਾਤਿਆਂ ਦੇ ਵਿੱਚ ਉਹਨਾਂ ਨੂੰ ਸਪੋਰਟਸ ਕਿੱਟਾਂ ਲੈਣ ਦੇ ਲਈ ਪੈਸਾ ਪਾ ਦਿੱਤਾ ਤਾਂ ਉਹਨਾਂ ਤੋਂ ਵਾਪਸ ਲੈਣ ਦੀ ਕੀ ਲੋੜ ਪੈ ਗਈ ਸੀ। ਬਿਲਕੁਲ। ਅਗਰ ਜੇ ਵਾਪਸੀ ਲੈਣੇ ਸੀ ਤਾਂ ਫਿਰ ਤੁਸੀਂ ਖੇਡ ਕਿੱਟਾਂ ਖੁਦ ਦੇਣੀਆਂ ਸੀ, ਤਾਂ ਉਹਨਾਂ ਦੇ ਟੈਂਡਰ ਕਿਉਂ ਨਾ ਲਾਏ ਗਏ। ਸੋ ਉਹਨਾਂ ਨੇ ਹੁਣ ਇਹ ਵੀ ਇਨਕੁਆਰੀ ਹੈ ਜਿਹੜੀ ਉਹ ਕੱਲ੍ਹ ਵਿਜੀਲੈਂਸ ਨੂੰ ਮਾਰਕ ਕਰ ਦਿੱਤੀ ਹੈ। ਤਾਂ ਇਸ ਦੀ ਵੀ ਪੜਤਾਲ ਹੁਣ ਵਿਜੀਲੈਂਸ ਕਰੇਗਾ। ਮੈਂ ਤਾਂ ਬੜੇ ਪੁਰਾਣੇ ਟਾਈਮ ਤੋਂ ਦੇਖਦਾ ਆ ਰਿਹਾ, ਜਦੋਂ ਗੱਠਜੋੜ ਦੀ ਸਰਕਾਰ ਸੀ ਉਦੋਂ ਵੀ ਇਹ ਹੁੰਦਾ ਆਇਆ। ਖਿਡਾਰੀਆਂ ਨੂੰ ਪੂਰੇ 4 ਸਾਲ ਕੁਛ ਨਹੀਂ ਮਿਲਦਾ। ਜਦੋਂ 5ਵਾਂ ਇਲੈਕਸ਼ਨ ਦਾ ਸਾਲ ਹੁੰਦਾ ਹੈ ਉਸ ਤੋਂ ਪਹਿਲਾਂ ਉਹਨਾਂ ਨੂੰ ਖੇਡ ਕਿੱਟਾਂ ਦਿੱਤੀਆਂ ਜਾਂਦੀਆਂ ਸੀ, ਜਿਮ ਦਾ ਸਮਾਨ ਦਿੱਤਾ ਜਾਂਦਾ ਸੀ, ਉਹ ਵੀ ਹੱਥੋਂ ਹੱਥ ਦਿੱਤਾ ਜਾਂਦਾ ਸੀ ਕਿਉਂਕਿ ਚੋਣ ਜਾਬਤੇ ਦੇ ਐਨ ਸਿਰ 'ਤੇ ਆ ਕੇ ਦਿੱਤਾ ਜਾਂਦਾ ਸੀ। ਤਾਂ ਉਦੋਂ ਵੀ ਕੁਆਲਿਟੀ 'ਤੇ ਜਿਹੜੀਆਂ ਉਂਗਲਾਂ ਉੱਠਦੀਆਂ ਰਹੀਆਂ ਨੇ। ਖੇਡ ਕੋਟਾ ਤਾਂ ਹੁਣ ਤੱਕ ਵੀ ਰੁਲਦੀਆਂ ਰਹੀਆਂ ਪੁਰਾਣੀ ਸਰਕਾਰ ਦੀਆਂ। ਸੋ ਇਹ ਵੀ ਇੱਕ ਨਵਾਂ ਘਪਲਾ ਸਾਹਮਣੇ ਆਇਆ। ਘਪਲਿਆਂ ਦੀ ਤਾਂ ਕੋਈ ਕਮੀ ਨਹੀਂ। ਲੈਂਡ ਸਕੈਮ ਹੈ ਸਾਡੇ ਕੋਲ, ਆ ਮੋਹਾਲੀ ਜ਼ਿਲ੍ਹੇ ਵਾਲਾ ਹੋਇਆ ਜੀ, ਹੁਸ਼ਿਆਰਪੁਰ ਦੇ ਵਿੱਚ ਰੋਡ ਸਕੈਮ ਹੋਇਆ ਸੀਗਾ, ਉਹ ਵੀ ਸਾਡੇ ਸਾਹਮਣੇ ਹੈ। ਇੱਕ ਪੁਰਾਣਾ ਘਪਲਾ ਸੀਗਾ ਮੰਡੀ ਖੁਰਦ ਹੈ ਬਠਿੰਡਾ ਜ਼ਿਲ੍ਹੇ ਦੇ ਵਿੱਚ, ਉੱਥੇ ਵੀ ਕੂੜਾ ਡੰਪ ਦਾ ਸਕੈਮ ਹੋਇਆ ਸੀ। ਉਹ ਅੱਜ ਤੱਕ CBI ਨੇ ਵੀ ਉਹਦੀ ਜਾਂਚ ਕਰ ਲਈ। CBI ਨੇ ਆਪਣੀ ਰਿਪੋਰਟ ਵੀ ਹਾਈ ਕੋਰਟ 'ਚ ਸਬਮਿਟ ਕਰ ਦਿੱਤੀ। ਉਹ ਅਜੇ ਤੱਕ ਰਿਪੋਰਟ ਕੀ ਹੈ ਉਹ ਵੀ ਅਜੇ ਮਾਮਲਾ ਸਾਹਮਣੇ ਨਹੀਂ ਆਇਆ। ਸੋ ਮਸਲਾ ਆਤਿਸ਼ ਇਹ ਹੈ ਕਿ ਮਸਲਾ ਇਕੱਲਾ ਇਨਕੁਆਰੀਆਂ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ ਜਾਂ ਪਰਚੇ ਦਰਜ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ। ਇੱਕ ਤਾਂ ਇਹ ਜਿਹੜੇ ਅਸਲ ਕਲਪਰੇਟ ਹੈ ਉਹਨਾਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਇੱਕ ਅਦਾਲਤਾਂ ਦੇ ਵਿੱਚ ਵੀ ਜਿਹੜਾ ਸਕਸੈਸ ਰੇਟ ਹੈ ਉਹ ਕੇਸਾਂ ਦਾ ਜ਼ਰੂਰ ਵਾਚ ਕਰਨਾ ਚਾਹੀਦਾ ਵਿਜੀਲੈਂਸ ਨੂੰ, ਜਿਹੜਾ ਵੀ ਅਥਾਰਟੀ ਦਰਜ ਕਰਦੀ ਹੈ ਪਰਚਾ, ਕਿ ਉਹਨੂੰ ਕਿਸੇ ਮਕਾਮ 'ਤੇ ਲੈ ਕੇ ਜਾਏ, ਤਾਂ ਹੀ ਫਾਇਦਾ ਹੈ। ਜੀ ਇੱਕ ਚਰਨਜੀਤ ਜੀ, ਅੱਜ ਵੀ ਮਾਮਲਾ ਸਾਹਮਣੇ ਆਇਆ ਵੀ ਕਿ ਬਠਿੰਡਾ ਦੇ ਵਿੱਚੋਂ ਕੋਈ ਜਾਲੀ ਦਵਾਈਆਂ ਫੜੀ ਗਈਆਂ। ਇਸ ਦੇ ਨਾਲ ਹੀ ਗੱਲ ਕਰੀਏ ਤਾਂ ਕਿਸਾਨਾਂ ਦੀ ਫਸਲ ਵੀ ਕਿਤੇ ਨਾ ਕਿਤੇ ਚਿੱਟੀ ਮੱਖੀ ਵੱਲੋਂ ਵੱਡੇ ਪੱਧਰ 'ਤੇ ਖਰਾਬ ਕੀਤੀ ਗਈ ਹੈ। ਕੈਬਨਿਟ ਮੰਤਰੀ ਉੱਥੇ ਦੌਰਾ ਵੀ ਕਰਕੇ ਆਏ ਨੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਪਹਿਲਾਂ ਤਾਂ ਬਠਿੰਡੇ ਵਾਲਾ ਮਾਮਲਾ ਕੀ ਹੈ, ਇਸ ਦੇ ਨਾਲ ਹੀ ਕਿਸਾਨਾਂ ਨੂੰ ਜਿਹੜੀ ਇਹ ਅਲਾਮਤ ਹੈ, ਇਸ ਅਜਿਹੀ ਅਲਾਮਤਾਂ ਤੋਂ ਰਾਹਤ ਕਦੋਂ ਮਿਲੇਗੀ? ਦੇਖੋ, ਕਿਸਾਨਾਂ ਦੇ ਨਾਂ 'ਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਸਰਕਾਰਾਂ ਬਣਾ ਲੈਂਦੀਆਂ ਨੇ, ਸੱਤਾ ਹਾਸਲ ਕਰ ਲੈਂਦੀਆਂ ਨੇ, ਪਰ ਕਿਸਾਨਾਂ ਦੀ ਬਾਂਹ ਨਹੀਂ ਫੜਦੀਆਂ। ਬਿਲਕੁਲ। ਉਹਨਾਂ ਦਾ ਜਿਹੜਾ ਰੋਗ ਹੈ, ਉਹਦੀ ਜਿਹੜੀ ਜੜ੍ਹ ਹੈ, ਉਹਨੂੰ ਨਹੀਂ ਕੱਟਦੀਆਂ, ਉਹਦਾ ਇਲਾਜ ਨਹੀਂ ਕਰਦੀਆਂ ਪ੍ਰੋਪਰ। ਤਾਹਾਂ ਤੋਂ ਉਹਨੂੰ ਪੱਤਿਆਂ ਤੋਂ ਉੱਪਰ ਦਵਾਈ ਮੱਲਮ ਲਾਉਂਦੀਆਂ ਰਹਿੰਦੀਆਂ ਨੇ। ਤਾਂ ਦੋ ਤਰ੍ਹਾਂ ਦੀਆਂ ਮਾਰਾਂ ਕਿਸਾਨ ਨੂੰ ਪੈਂਦੀਆਂ ਨੇ, ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਨੇ। ਇੱਕ ਤਾਂ ਹੈਗੀ ਕੁਦਰਤ ਦੀ ਕਰੋਪੀ, ਜਿਹੜੀ ਕਿਸੇ ਦੇ ਹੱਥ ਵੱਸ ਨਹੀਂ, ਜਿਹਨੂੰ ਕਿਸਾਨ ਇੱਕ ਭਾਣਾ ਮੰਨ ਕੇ ਬਰਦਾਸ਼ਤ ਵੀ ਕਰ ਲੈਂਦਾ ਕਿਸੇ ਹੱਦ ਤੱਕ। ਦੂਸਰੀ ਹੈ ਸਰਕਾਰਾਂ ਦੀ ਬੇਈਮਾਨੀ। ਜਿਸ ਤਰ੍ਹਾਂ ਗੁਰਦੇਵ ਸਿੰਘ ਬਾਦਲ ਜਦੋਂ ਖੇਤੀ ਮੰਤਰੀ ਹੁੰਦੇ ਸੀ ਤਾਂ ਡਾਕਟਰ ਕੇਵਲ ਕ੍ਰਿਸ਼ਨ ਸਪੀਕਰ ਵੀ ਹੁੰਦੇ ਸੀ। ਵਿਧਾਨ ਸਭਾ 'ਚ ਅਕਸਰ ਉਹਨਾਂ ਨਾਲ ਟਾਕਰਾ ਹੋ ਜਾਂਦਾ ਸੀ, ਤਾਂ ਉਹ ਇਸ਼ਾਰਾ ਕਰਕੇ ਹਾਸੇ ਮਜ਼ਾਕ 'ਚ ਵੀ ਕਹਿੰਦੇ ਹੁੰਦੇ ਸੀ, ਗੱਲ ਤਾਂ ਸੀਰੀਅਸ ਸੀਗੀ, ਕਿ ਡਾਕਟਰ ਸਾਹਿਬ ਤੁਹਾਡੀ ਜਿਹੜੀ ਟੋਪੀ ਹੈ ਇਹਦੀ ਕੀਮਤ ਵੱਧ ਜਾਂਦੀ ਹੈ, ਪਰ ਕਿਸਾਨਾਂ ਦੀ ਫਸਲ ਦੀ ਕੀਮਤ ਕਦੇ ਨਹੀਂ ਵਧੀ। ਬਿਲਕੁਲ। ਜਾਂ ਲక్ష్మణ ਸਿੰਘ ਗਿੱਲ ਵੀ ਉਹਨਾਂ ਟਾਈਮਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਅਕਸਰ ਹੀ ਕਿ ਜਿਹੜਾ ਇੱਕ ਮੋਚੀ ਹੈ ਉਹ ਆਪਣੀ ਜੁੱਤੀ ਦਾ ਰੇਟ ਤੈਅ ਕਰ ਲੈਂਦਾ ਹੈ, ਪਰ ਕਿਸਾਨ ਦੀ ਫਸਲ ਦਾ ਭਾਅ ਹੈ ਜਿਹੜਾ ਉਹ ਕਿਸਾਨ ਤੈਅ ਨਹੀਂ ਕਰਦਾ, ਉਹ ਦੂਸਰੇ ਬਗਾਨੇ ਕਰਦੇ ਨੇ, ਦੂਸਰੇ ਲੋਕ ਕਰਦੇ ਨੇ। ਸੋ ਕਿਸਾਨਾਂ ਨੂੰ ਭਾਅ ਦੇ ਮਾਮਲੇ 'ਚ ਉਹਨਾਂ ਨੂੰ ਤਾਂ ਪੈਰ 'ਤੇ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਮੈਂ ਕਾਟਨ ਬੈਲਟ 'ਚੋਂ ਆਇਆ, ਮੈਨੂੰ ਪਤਾ ਹੈ ਕਿ ਕਾਟਨ ਬੈਲਟ ਦੇ ਲੋਕਾਂ ਨੇ ਕਿੰਨਾ ਕੁਛ ਝੱਲਿਆ। ਜਿਸ ਤਰ੍ਹਾਂ ਤੁਸੀਂ ਹੁਣ ਦਵਾਈਆਂ ਦੀ ਗੱਲ ਕੀਤੀ ਹੈ ਕਿ ਬਠਿੰਡਾ ਜ਼ਿਲ੍ਹੇ 'ਚ ਅੱਜ ਅਨਅਧਿਕਾਰਤ ਜਿਹੜੀ ਦਵਾਈਆਂ ਕੀਟਨਾਸ਼ਕ ਹੈ ਉਹ ਫੜੇ ਗਏ ਨੇ। ਜਦੋਂ ਗੱਠਜੋੜ ਦੀ ਸਰਕਾਰ ਸੀ ਉਦੋਂ ਦਾ ਜਿਹੜਾ ਡਾਇਰੈਕਟਰ ਸੀ ਉਹਨੂੰ ਵੀ ਦਵਾਈਆਂ 'ਚ ਫੜ ਲਿਆ ਸੀਗਾ, ਪਰ ਅੱਜ ਸਾਨੂੰ ਪੜਤਾਲ ਕਿਸੇ ਨੂੰ ਯਾਦ ਨਹੀਂ ਕਿ ਕਿੰਨੀ ਮਹਿੰਗੀ ਜਿਹੜੀ ਉਹ ਦਵਾਈ ਪਰਚੇਜ਼ ਕੀਤੀ ਗਈ ਸੀ ਅਤੇ ਪਰਚਾ ਦਰਜ ਹੋਇਆ ਸੀ। ਬਹੁਤ ਸਾਰੀਆਂ ਫਰਮਾਂ 'ਤੇ ਬਠਿੰਡੇ ਜ਼ਿਲ੍ਹੇ ਦੀ ਪਰਚਾ ਦਰਜ ਹੋਇਆ ਸੀਗਾ। ਤਾਂ ਨਕਲੀ ਦਵਾਈਆਂ ਦਾ ਜਿਹੜਾ ਕਾਰੋਬਾਰ ਹੈ, ਨਕਲੀ ਬੀਜਾਂ ਦਾ ਕਾਰੋਬਾਰ ਹੈ ਅਤੇ ਨਕਲੀ ਖਾਦਾਂ ਦਾ ਕਾਰੋਬਾਰ ਹੈ, ਇਹ ਬੜਾ ਪੁਰਾਣਾ ਹੈਗਾ ਨਹੀਂ। ਉਹ ਸਰਕਾਰਾਂ ਸਾਡੀਆਂ ਬੇਕਿਰਕ ਹੋ ਗਈਆਂ ਨੇ ਕਿ ਜਿਹੜੀ ਇੱਕ ਲੌਬੀ ਹੈ, ਕਾਰਪੋਰੇਟ ਲੌਬੀ ਆ, ਉਹਨਾਂ ਦੀਆਂ ਜੇਬਾਂ ਭਰਨ ਲਈ ਜਾਂ ਉਹਨਾਂ ਨਾਲ ਗਾਂਠ ਸਾਠ ਕਰਕੇ ਆਪਣੀਆਂ ਜੇਬਾਂ ਭਰਨ ਦੇ ਲਈ ਤਾਂ ਕਿਸਾਨਾਂ ਨੂੰ ਜਿਹੜੇ ਦਾਅ 'ਤੇ ਲਾ ਦਿੰਦੀਆਂ ਹੈਗੀਆਂ ਨੇ। ਮੈਂ ਤਾਂ ਕਿੰਨੇ ਸੁਣਦਾ ਆਇਆ ਕਿ
1983 ਦੇ ਵਿੱਚ ਅਮਰੀਕਨ ਸੁੰਡੀ ਪੈ ਗਈ ਸੀ, ਜੀ। ਸਾਰੀ ਫਸਲ ਕਾਟਨ ਬੈਲਟ ਦੀ ਤਬਾਹ ਹੋ ਗਈ ਸੀ। 1990 ਦੇ ਵਿੱਚ ਫੇਰ ਅਮਰੀਕਨ ਸੁੰਡੀ ਪੈ ਗਈ ਸੀ, ਸਾਰੀ ਫਸਲ ਤਬਾਹ ਹੋ ਗਈ ਸੀ। ਆ ਪਿੱਛੇ 2015 'ਚ ਚਿੱਟੀ ਮੱਖੀ ਜਿਹਨੂੰ ਵਾਈਟ ਫਲਾਈ ਕਹਿੰਦੇ ਆ, ਉਹ ਪੈ ਗਈ ਸੀ, ਸਾਰੀ ਫਸਲ ਤਬਾਹ ਹੋਈ ਅਤੇ ਕਿਸਾਨਾਂ ਨੂੰ ਤਕਰੀਬਨ 644 ਕਰੋੜ ਰੁਪਏ ਦਾ ਮੁਆਵਜ਼ਾ ਦੇਣਾ ਪਿਆ। ਜੀ। ਮੁਆਵਜ਼ੇ 'ਚ ਜਿਹੜੀ ਲੁੱਟ ਹੋਈ ਜਾਂ ਮੁਆਵਜ਼ੇ ਜਿਹੜੇ ਘਪਲੇ ਹੋਏ, ਉਹ ਇੱਕ ਵੱਖਰਾ ਇਸ਼ੂ ਹੈ। ਆ ਪਿਛਲੀ ਸਰਕਾਰ ਜੋ ਚੰਨੀ ਸਰਕਾਰ ਸੀ ਜਾਂ ਕੈਪਟਨ ਦੀ ਸਰਕਾਰ ਸੀ, ਉਦੋਂ ਗੁਲਾਬੀ ਸੁੰਡੀ ਪਈ, ਸਾਰੀ ਫਸਲ ਤਬਾਹ ਹੋ ਗਈ, 450 ਕਰੋੜ ਰੁਪਈਆ ਮੁਆਵਜ਼ਾ ਦੇਣਾ ਪਿਆ। ਅਜੇ ਮਜ਼ਦੂਰਾਂ ਨੂੰ ਤਾਂ ਮਿਲੇ ਹੀ ਨਹੀਂ। ਚੰਨੀ ਸਰਕਾਰ ਨੇ ਬਹੁਤ ਪੋਸਟਰ ਲਾਏ ਸੀ, ਇਸ਼ਤਿਹਾਰਬਾਜ਼ੀ ਕੀਤੀ ਸੀ ਕਿ ਅਸੀਂ ਮੁਆਵਜ਼ਾ ਵੰਡ ਦਿੱਤਾ, ਪਰ ਕਿਸਾਨਾਂ ਉੱਥੋਂ ਦੇ ਮਜ਼ਦੂਰਾਂ ਨੂੰ ਅਜੇ ਤੱਕ ਨਹੀਂ ਮਿਲਿਆ। ਬਿਲਕੁਲ। ਫਿਰ ਜਿਹੜੀ ਮੌਜੂਦਾ ਹੁਕੂਮਤ ਹੈ ਆਮ ਆਦਮੀ ਪਾਰਟੀ ਦੀ, ਇਹਨੇ ਵੀ ਬਹੁਤ ਇਸ਼ਤਿਹਾਰਬਾਜ਼ੀ ਕੀਤੀ ਸੀ, ਪਰ ਮੁਆਵਜ਼ਾ ਜਿਹੜਾ ਮਜ਼ਦੂਰਾਂ ਨੂੰ ਅੱਜ ਤੱਕ ਨਹੀਂ ਮਿਲਿਆ। ਤਾਂ ਕਿਸਾਨਾਂ ਦੀ ਇਹ ਹੋਣੀ ਹੈ, ਤਰਾਸਦੀ ਹੈ ਕਹਿ ਲਈਏ ਆਪਾਂ, ਕਿ ਇੱਕ ਤਾਂ ਨਾ ਤਾਂ ਸਾਡੇ ਸੂਬੇ ਨੂੰ ਕਦੇ ਇਹੋ ਜਿਹੀ ਕਿਸਾਨ ਪੱਖੀ ਸਰਕਾਰ ਮਿਲੀ ਹੈ, ਜੀ। ਅਜੇ ਤੱਕ ਜਿਹੜੀ ਖੇਤੀ ਪਾਲਿਸੀ ਨਹੀਂ ਅਸੀਂ ਡਰਾਫਟ ਕਰ ਸਕੇ, ਬਣਾ ਸਕੇ, ਨਾ ਹੀ ਸਾਨੂੰ ਕੋਈ ਚੰਗੇ ਖੇਤੀ ਮੰਤਰੀ ਮਿਲੇ ਨੇ। ਅਸੀਂ ਪੁਰਾਣੇ ਮੰਤਰੀ ਹੈ, ਜਿਵੇਂ ਸਰ ਛੋਟੂ ਰਾਮ ਹੈ, ਮਾਲ ਮੰਤਰੀ ਰਹੇ ਨੇ, ਅਸੀਂ ਉਹਨਾਂ ਦਾ ਜ਼ਿਕਰ ਕਰਦੇ ਹਾਂ ਕਿ ਕਿੰਨੇ ਉਹਨਾਂ ਨੇ ਕਾਨੂੰਨ ਬਣਾਏ ਜਿਹੜੇ ਕਿਸਾਨਾਂ ਨੂੰ ਰਾਹਤ ਦੇਣ ਵਾਲੇ ਸੀ, ਕਿ ਵਿਆਜ 'ਤੇ ਵਿਆਜ ਨਹੀਂ ਲੱਗੇਗਾ। ਚੌਧਰੀ ਚਰਨ ਸਿੰਘ ਹੈਗੇ ਨੇ, ਜ਼ਮੀਨੀ ਸੁਧਾਰਾਂ ਲਈ ਕਾਨੂੰਨ ਬਣਾਏ ਸੀਗੇ। ਸਾਡੇ ਕੋਲੇ ਬਹੁਤ ਲਾਲ ਬਹਾਦਰ ਸ਼ਾਸਤਰੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਸੀਗਾ। ਸਾਡੇ ਕੋਲੇ ਜਿਹੜੇ ਮੰਤਰੀ ਰਹੇ ਨੇ, ਚਾਹੇ ਉਹ ਸੁੱਚਾ ਸਿੰਘ ਲੰਗਾਹ ਹੋਣ, ਜਥੇਦਾਰ ਤੋਤਾ ਸਿੰਘ ਹੋਣ, ਗੁਰਦੇਵ ਸਿੰਘ ਬਾਦਲ ਹੋਣ, ਇਹ ਸਾਰੇ ਖੇਤੀਬਾੜੀ ਮੰਤਰੀ ਰਹੇ ਨੇ, ਪਰ ਸਾਨੂੰ ਰਿਕਾਰਡ ਦੇ ਵਿੱਚ ਅਜਿਹਾ ਕੁਛ ਨਹੀਂ ਲੱਭਦਾ ਕਿ ਇਹਨੇ ਖੇਤੀ ਮੰਤਰੀਆਂ ਨੇ ਕੋਈ ਨਵੀਆਂ ਲੀਹਾਂ ਪਾਈਆਂ ਹੋਣ। ਬਹੁਤਾ ਸਮਾਂ ਜਿਹੜਾ ਪਿਛਲੀ ਕੈਪਟਨ ਅਮਰਿੰਦਰ ਸਰਕਾਰ ਜਾਂ ਹੁਣ ਉਹ ਮੁੱਖ ਮੰਤਰੀ ਕੋਲੇ ਰਿਹਾ ਖੇਤੀ ਦਾ ਮਹਿਕਮਾ, ਤਾਂ ਹੁਣ ਨਵੇਂ ਜਿਹੜੇ ਮੰਤਰੀ ਬਣਾਏ ਕੁਲਦੀਪ ਸਿੰਘ ਧਾਲੀਵਾਲ, ਇਹ ਜਦੋਂ ਗੁਲਾਬੀ ਸੁੰਡੀ ਪੈ ਗਈ ਹੈ, ਹੁਣ ਜਦੋਂ ਕਿਸਾਨ ਆਪਣੀਆਂ ਫਸਲਾਂ ਕਾਟਨ ਬੈਲਟ ਦੇ ਵਿੱਚ ਵਾਹ ਰਹੇ ਨੇ, ਤਾਂ ਜਿਵੇਂ ਕਹਿੰਦੇ ਨੇ ਕਿ ਸੱਪ ਲੰਘ ਗਿਆ ਹੁਣ ਲੀਕ ਕੁੱਟੀ ਜਾਂਦੇ ਨੇ, ਉੱਥੇ ਜਾ ਕੇ ਦੌਰੇ ਹੋ ਰਹੇ ਨੇ। ਕਿਉਂਕਿ ਜੇ ਤਾਂ ਟਾਈਮਲੀ ਦੇਖੋ, ਪਹਿਲਾਂ ਲੋਕਾਂ ਨੂੰ ਥੋੜ੍ਹਾ ਜਿਹਾ, ਉੱਥੇ ਤੁਹਾਡੇ ਅਧਿਕਾਰੀ ਹੈ ਪਿੰਡਾਂ 'ਚ ਜਾਂਦੇ, ਟਾਈਮਲੀ ਤੁਸੀਂ ਨੋਟਿਸ ਲੈਂਦੇ, ਤੁਹਾਨੂੰ ਪਤਾ ਹੈ ਕਿ ਪਿਛਲੀ ਸਾਲ ਗੁਲਾਬੀ ਸੁੰਡੀ ਨੇ ਸਾਡੀ ਫਸਲ ਮਾਰਤੀ, ਐਤਕੀ ਚਿੱਟੀ ਮੱਖੀ ਪੈ ਰਹੀ ਹੈ, ਤਾਂ ਖੇਤੀ ਮਹਿਕਮਾ ਕੀ ਕਰਦੇ ਰਿਹਾ, ਖੇਤੀ ਅਧਿਕਾਰੀ ਕੀ ਕਰਦੇ ਰਹੇ। ਸੋ ਹੁਣ ਕਾਫੀ ਪਛੜ ਚੁੱਕੇ ਨੇ। ਹੁਣ ਦੇਖਦੇ ਹਾਂ, ਜਿਵੇਂ ਧਾਲੀਵਾਲ ਕਹਿ ਰਹੇ ਨੇ ਕਿ ਅਸੀਂ ਜਿਹੜੇ ਨਕਲੀ ਜਿਹੜੀਆਂ ਦਵਾਈਆਂ ਨਹੀਂ ਵਿਕਣ ਦਿਆਂਗੇ, ਖਾਦਾਂ ਨਹੀਂ ਵਿਕਣ ਦਿਆਂਗੇ, ਇਹ ਪਹਿਲਾਂ ਵਾਲੇ ਮੰਤਰੀ ਵੀ ਇਹੀ ਕਹਿੰਦੇ ਰਹੇ ਨੇ। ਤਾਂ ਦੇਖਣਾ ਹੋਏਗਾ ਕਿ ਨਵੀਂ ਸਰਕਾਰ ਹੈ ਜਿਹੜੀ, ਇਹ ਖੇਤੀ ਦੇ ਵਿੱਚ ਕਿਸ ਕਿਸਮ ਦਾ ਬਦਲਾਅ ਲੈ ਕੇ ਆਉਂਦੀ ਹੈ, ਕੀ ਕਿਸਾਨਾਂ ਨੂੰ ਸਹੀ ਬੀਜ ਮਿਲਣਗੇ। ਇਕੱਲਾ ਇਹ ਨਹੀਂ ਕਿ ਅਸੀਂ ਇਹਨੂੰ ਟੋਟੈਲਿਟੀ ਦੇ ਵਿੱਚ ਸਾਨੂੰ ਕਰਨਾ ਪੈਣਾ ਹੈਗਾ, ਖੇਤੀ ਦਾ ਜਿਹੜਾ ਇਲਾਜ ਹੈ ਅਸੀਂ ਕਹਿ ਦਈਏ ਕਿ ਇਕੱਲੀ ਮੂੰਗੀ ਨਾਲ ਹੀ ਇਲਾਜ ਹੋ ਜਾਏਗਾ। ਖੇਤੀ ਵਿਭਿੰਨਤਾ ਜਿਹੜੀ ਸਮੇਂ ਦੀ ਲੋੜ ਹੈਗੀ ਹੈ, ਇਹਦੇ ਲਈ ਇੱਕ 5 ਸਾਲਾ ਸਾਨੂੰ ਪਾਲਿਸੀ ਬਣਾਉਣੀ ਪਏਗੀ, ਇੱਕ ਲੌਂਗ ਟਰਮ ਪਾਲਿਸੀ ਬਣਾਈ, ਇਹ ਤਾਂ ਹੀ ਪੜਾਅ ਵਾਈਜ਼ ਹੋ ਸਕੇਗਾ। ਇਹ ਨਹੀਂ ਕਹਿ ਸਕਦੇ ਕਿ ਐਸ ਕਿ ਅਸੀਂ ਸਿੱਧੀ ਬਿਜਾਈ ਵਾਲਾ ਝੋਨਾ ਲਵਾ ਕੇ ਸਾਰੇ ਤਕਲੀਫਾਂ ਦਾ ਜਿਹੜਾ ਹੱਲ ਕਰ ਦਿਆਂਗੇ। ਇਹ ਇੱਕ ਲੰਬਾ ਪ੍ਰੋਸੈਸ ਹੈ, ਤੋਂ ਸਰਕਾਰਾਂ ਨੂੰ ਲੰਬਾ ਸੋਚਣਾ ਪਏਗਾ, ਅਤੇ ਜਿੱਥੇ ਘਪਲੇ ਹੁੰਦੇ ਘਪਲਿਆਂ ਨੂੰ ਵੀ ਫੜਨਾ ਪਏਗਾ। ਇਕੱਲੇ ਘਪਲਿਆਂ ਨਾਲ ਗੱਲ ਨਹੀਂ ਚੱਲਣੀ, ਪੜਤਾਲਾਂ ਨਾਲ ਗੱਲ ਨਹੀਂ ਚੱਲਣੀ, ਲੋਕਾਂ ਦੇ ਜਿਹੜੇ ਜ਼ਖਮਾਂ 'ਤੇ ਮੱਲਮ ਵੀ ਲਾਉਣੀ ਪਏਗੀ, ਉਹਨਾਂ ਨੂੰ ਨਵੇਂ ਰਾਹ ਵੀ ਦਿਖਾਉਣੇ ਪੈਣਗੇ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।